ਹੁਣ ਗੱਲ ਕਰਾਂਗੇ ਪੰਜਾਬ ਕਾਂਗਰਸ। ਜੀ ਹਾਂ, ਮਾਨਸਾ ਦੀ ਟਿਕਟ ਨੂੰ ਲੈ ਕੇ ਖਿੱਚੋਤਾਣ ਜਾਰੀ ਹੈ ਕਾਂਗਰਸ 'ਚ। ਨਵਜੋਤ ਸਿੱਧੂ ਨੂੰ ਮਿਲੇ ਨੇ ਮੂਸੇਵਾਲਾ। ਤਾਂ ਦੱਸ ਦੇ ਕਿ ਟਿਕਟ ਦੀ ਦਾਅਵੇਦਾਰੀ ਨੂੰ ਲੈ ਕੇ ਅੱਜ ਚਰਚਾ ਕੀਤੀ ਗਈ ਹੈ। ਮਾਨਸਾ ਤੋਂ ਮਾਨਸ਼ਾਈਆ ਨੇ ਆਪਣੀ ਜੋ ਦਾਅਵੇਦਾਰੀ ਉਹ ਠੋਕੀ। ਹਾਈ ਕਮਾਨ ਨੂੰ ਮੂਸੇਵਾਲਾ ਖਿਲਾਫ ਚਿੱਠੀ ਲਿਖੀ ਗਈ ਹੈ। ਨਾਲ ਮਾਨਸ਼ਾਈਆ ਦਾ ਕਹਿਣਾ ਹੈ ਕਿ ਗਾਇਕ ਨੂੰ ਅਗਰ ਟਿਕਟ ਦਿੱਤੀ ਗਈ ਤੇ ਮੇਰੇ ਕੋਲ ਹੋਰ ਵੀ ਬਦਲ ਖੁੱਲੇ ਨੇ। ਤਾਂ ਦੱਸ ਦਈਏ ਕਿ ਮੂਸੇਵਾਲਾ ਅਕਸਰ ਸੁਰਖੀਆਂ 'ਚ ਰਹਿੰਦੇ ਨੇ। ਉੱਥੇ ਦੇ ਮੌਜੂਦਾ ਵਿਧਾਇਕ ਮਾਨਸ਼ਾਈਆ ਨੇ ਹੁਣ अपनी दावेदारी ठोकी है उस थोड़ी मानसा तो उन्होंने कहा है कि जे मूसेवाला को टिकट दी गई तो उन्होंने कोल होर भी बदल ने। दस दिए कि पिछले दिन भी मानसा यूथ कांग्रेस के प्रधान चुसपिंदर मूसेवाला नाल भी चर्चा च रहे सन। मूसेवाला चुसपिंदर ने मूसेवाला नूं डोप टेस्ट कराने की चुनौती दे दी सी ते हुण उत्थे दे मौजूदा विधायक मानशाइया का कहना है कि अगर गायक को टिकट दी गई तो मेरे कोल होर भी बदल खुले ने। ਜਿਹੜਾ ਡੌਪ 'ਚ ਫੇਲ ਹੋ ਗਿਆ ਉਹ ਘਰੇ ਬੈਠ ਜੂਗਾ, ਬਾਕੀ ਲੋਕਾਂ ਦੀ ਸੇਵਾ ਕਰ ਲਊਗਾ। ਮੈਂ ਤਾਂ ਕਿਹਾ ਹੀ ਨਹੀਂ ਹੈਗਾ ਵੀ ਮੈਂ ਕੋਈ ਦੁੱਧ ਧੋਤਾਂ ਕਮੀਆਂ ਸਾਰਿਆਂ ਦੇ ਵਿੱਚ ਹੁੰਦੀਆਂ ਨੇ। ਫਿਰ ਸੂਈ ਕਿੱਧਰ ਨੂੰ ਜਾਂਦੀ ਹੈ, ਨਸ਼ੇ ਕਰਨ ਦੀ ਜਾਂ ਕਰਾਉਣ ਦੀ ਜਾਂ ਕੋਈ ਹੋਰ ਹੈ। ਇੱਕ ਸੀਟ ਤੇ 3 ਦਾਅਵੇਦਾਰ। ਮਾਨਸਾ ਵਿਧਾਨ ਸਭਾ ਸੀਟ ਤੇ ਕਾਂਗਰਸ ਦੇ 3 ਦਾਅਵੇਦਾਰਾਂ ਨੇ ਕਾਂਗਰਸ ਦੀ ਨੀਂਦ ਉਡਾ ਦਿੱਤੀ ਹੈ। ਪਹਿਲਾਂ ਮਾਨਸਾ ਦੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਚੁਸਪਿੰਦਰ ਚਹਿਲ ਨੇ ਸਿੱਧੂ ਮੂਸੇਵਾਲਾ ਦੀ ਟਿਕਟ ਦੀ ਦਾਅਵੇਦਾਰੀ ਦਾ ਵਿਰੋਧ ਕੀਤਾ ਸੀ ਤੇ ਹੁਣ 2.5 ਸਾਲ ਪਹਿਲਾਂ ਆਮ ਆਦਮੀ ਪਾਰਟੀ ਤੋਂ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਵਿਧਾਇਕ ਨਾਜਰ ਸਿੰਘ ਮਾਨਸ਼ਾਈਆ ਨੇ ਵੀ ਮਾਨਸਾ ਤੋਂ ਟਿਕਟ ਦੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ। ਕਾਂਗਰਸ ਨਾਲ ਅਫੀਲੀਏਸ਼ਨ ਹੋਣ ਕਰਕੇ, ਕਾਂਗਰਸ ਨਾਲ ਅਟੈਚਮੈਂਟ ਹੋਣ ਕਰਕੇ ਮੈਂ ਤਾਂ ਜਿੱਤੀ ਹੋਈ ਸੀਟ ਵੀ ਕਾਂਗਰਸ ਦੀ ਝੋਲੀ 'ਚ ਲਿਆ ਕੇ ਦੇਤੀ ਹੈ ਤੇ ਫਿਰ ਕਾਂਗਰਸ ਨੂੰ ਇਸ ਚੀਜ਼ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਜਿਹੜਾ ਜਿੱਤ ਕੇ ਹੋਰ ਪਾਸਿਓਂ ਫਿਰ ਵੀ ਸਾਡੇ 'ਚ ਹੀ ਆ ਗਿਆ, ਸਾਡਾ ਇਹਨਾਂ ਮਾਣ ਰੱਖਿਆ ਤੇ ਫਿਰ ਮਾਣ ਮੇਰਾ ਵੀ ਪਾਰਟੀ ਨੂੰ ਕਰਨਾ। ਸਿਰਫ ਇੰਨਾ ਹੀ ਨਹੀਂ, ਨਾਜਰ ਸਿੰਘ ਮਾਨਸ਼ਾਈਆ ਨੇ ਹਾਈ ਕਮਾਨ ਨੂੰ ਕਿਹਾ ਕਿ ਟਿਕਟ ਵੰਡਣ ਵੇਲੇ ਉਹਨਾਂ ਨੂੰ ਸਿੱਧੂ ਮੂਸੇਵਾਲਾ ਦੇ ਉਸ ਬਿਆਨ ਤੇ ਵੀ ਗੌਰ ਕਰਨਾ ਚਾਹੀਦਾ ਹੈ ਜਿਸ ਵਿੱਚ ਉਹ ਟਿਕਟ ਨਾ ਮਿਲਣ ਤੇ ਆਜ਼ਾਦ ਖੜੇ ਹੋਣ ਦੀ ਧਮਕੀ ਦੇ ਰਿਹਾ ਹੈ। ਜੇ ਟਿਕਟ ਵੀ ਦੇਣੀ ਹੋ ਪਾਰਟੀ ਨੂੰ ਉਹ ਕਰ ਲਾਂਗੇ, ਪਰ ਮੈਨੂੰ ਇਹ ਦੱਸੋ ਵੀ ਜਦੋਂ ਉਹਨੂੰ ਇੱਕ ਸਿਟਿੰਗ ਐਮਐਲਏ ਇੰਨਾ ਰਿਗਾਰਡ ਦੇ ਰਿਹਾ ਹੈ ਕਿ ਉਹਦਾ ਬਣਦਾ ਸੀ ਵੀ ਜੇ ਮੈਨੂੰ ਪਾਰਟੀ ਨੇ ਟਿਕਟ ਨਾ ਦਿੱਤੀ ਤੇ ਮੈਂ ਆਜ਼ਾਦ ਲੜਾਂਗਾ। ਇਹ ਬਚਕਾਨਾ ਗੱਲਾਂ, ਇਮਚਿਓਰ ਗੱਲਾਂ ਇਹ ਪਾਰਟੀ ਨੂੰ ਹਾਰਮ ਨਹੀਂ ਕਰਦੀਆਂ। ਨਾਜਰ ਸਿੰਘ ਮਾਨਸ਼ਾਈਆ ਮਾਨਸਾ ਤੋਂ ਟਿਕਟ ਦੇ ਦਾਅਵੇਦਾਰ ਜਸਪਿੰਦਰ ਸਿੰਘ ਦੀ ਉਸ ਚੁਣੌਤੀ ਦੀ ਵਕਾਲਤ ਕਰ ਰਹੇ ਨੇ ਕਿ ਟਿਕਟ ਦੇਣ ਤੋਂ ਪਹਿਲਾਂ ਦਾਅਵੇਦਾਰਾਂ ਦਾ ਡੋਪ ਟੈਸਟ ਕਰਵਾਇਆ ਜਾਵੇ। ਸਾਡਾ ਡੌਪ ਟੈਸਟ ਹੋਣਾ ਚਾਹੀਦਾ। ਕੱਲ ਨੂੰ ਸਿੱਧੂ ਮੂਸੇਵਾਲੇ ਨੂੰ ਬੁਲਾਓ, ਸਵੇਰੇ ਹੀ ਬੁਲਾਓ, ਉਹਨੂੰ 2 ਦਿਨ ਵੀ ਨਾ ਦਿਓ, ਸਵੇਰੇ ਬੁਲਾਓ, ਸਾਡਾ ਡੌਪ ਟੈਸਟ ਕਰਾਓ ਦੋਨਾਂ ਦਾ। ਜਿਹੜਾ ਡੌਪ 'ਚ ਫੇਲ ਹੋ ਗਿਆ ਉਹ ਘਰੇ ਬੈਠ ਜੂਗਾ, ਬਾਕੀ ਲੋਕਾਂ ਦੀ ਸੇਵਾ ਕਰ ਲਊਗਾ। ਉਹਦਾ ਵੀ ਡੌਪ ਕਰਾਓ ਤੇ ਮੇਰਾ ਵੀ ਕਰਾਓ। ਨਾ ਇੰਨਾ ਟਾਈਮ ਮੇਰੇ ਕੋਲ ਆਇਆ ਡੋਪ ਟੈਸਟ ਕਰਵਾਉਣ ਨੂੰ, ਠੀਕ ਹੈ ਨਾ। ਮੈਂ ਤਾਂ ਕਿਹਾ ਹੀ ਨਹੀਂ ਹੈਗਾ ਵੀ ਮੈਂ ਕੋਈ ਦੁੱਧ ਧੋਤਾਂ ਕਮੀਆਂ ਸਾਰਿਆਂ ਦੇ ਵਿੱਚ ਹੁੰਦੀਆਂ ਨੇ। ਉਹ ਗੱਲਾਂ ਯਾਰ ਹੁਣ 1000 ਬੰਦਾ ਮੇਰੇ ਬਾਰੇ 1000 ਗੱਲਾਂ ਕਰਦਾ, ਹੁਣ ਮੈਂ ਸਾਰੀਆਂ ਗੱਲਾਂ ਜਵਾਬ ਦੇਣ ਲੱਗ ਜੂ ਫਿਰ ਮੇਰੇ ਕੋਲ। ਟੈਸਟ ਕਰਾ ਲੈਂਦੇ ਆ ਤੇ ਸਿੱਧੂ ਮੂਸੇਵਾਲ ਜੀ ਇਹ ਕਹਿ ਰਹੇ ਆ ਵੀ ਐਂ ਤਾਂ ਗਲਤੀ ਕਿਸੇ ਤੋਂ ਹੋ ਜਾਂਦੀ ਹੈ, ਮੈਂ ਡੋਪ ਟੈਸਟ ਤਾਂ ਕਰਾਉਣਾ ਨਹੀਂ। ਫਿਰ ਭੱਜ ਕੌਣ ਰਿਹਾ ਡੋਪ ਟੈਸਟ ਤੋਂ? ਇਸ ਕਰਕੇ ਫਿਰ ਸੂਈ ਕਿੱਧਰ ਨੂੰ ਜਾਂਦੀ ਹੈ, ਨਸ਼ੇ ਕਰਨ ਦੀ ਜਾਂ ਕਰਾਉਣ ਦੀ ਜਾਂ ਕੋਈ ਹੋਰ ਹੈ। ਤੇ ਇਹ ਵੀ ਤਾਂ ਤੁਹਾਨੂੰ ਸੋਚਣਾ ਚਾਹੀਦਾ। ਹਾਂਜੀ, ਮਾਨਸਾ ਕਾਂਗਰਸ ਦੇ ਲਈ ਟ੍ਰੇਲਰ ਹੈ ਕਿਉਂਕਿ ਜਿਵੇਂ ਹੀ ਹਾਈ ਕਮਾਨ ਉਮੀਦਵਾਰਾਂ ਦੀ ਲਿਸਟ ਜਾਰੀ ਕਰੇਗੀ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਹੋਰ ਬਾਗੀ ਸੁਰ ਸੁਣਨ ਨੂੰ ਮਿਲ ਸਕਦੇ ਨੇ। ਦਿੱਲੀ ਦੇ ਵਿੱਚ ਟਿਕਟ ਵੰਡ ਨੂੰ ਲੈ ਕੇ ਸਿੱਧੂ, ਸੀਐਮ ਚੰਨੀ ਤੇ ਸੁਨੀਲ ਜਾਖੜ ਦੇ ਵਿਚਾਲੇ ਵੀ ਮਤਭੇਦ ਹੋਣ ਦੀਆਂ ਖਬਰਾਂ ਉੱਭਰ ਕੇ ਸਾਹਮਣੇ ਆਈਆਂ ਨੇ। ਮਾਨਸਾ ਤੋਂ ਬਲਦੇਵ ਸ਼ਰਮਾ, ਨਿਊਜ਼ 18। पंजाब विधानसभा चोणां विच डेरा सिरसा दा वोट बैंक अहम है। डेरे दी सियासी विंग इस ते रणनीति बना रहे ने। हालांकि विंग दे प्रधान राम सिंह ने 2022 दीआं विधानसभा चोणां विच किस नूं हमायत देनी है इस नूं लैके वड्डे संकेत जरूर दित्ते ने। मालवे विच डेरा सच्चा सौदा दा वड्डा आधार है। मन्निया जांदा है कि 50 तो 55 लाख डेरा प्रेमी चोणां दौरान सूबे दी सियासी बाजी तय करन दे विच अहम रोल अदा करदे ने। पर इस वार 20 सियासी पार्टियां दे आगूआं दे वल्लों डेरे दे गेड़े लाए जा रहे ने। इस दौरान डेरे दी सियासी विंग दे मुखी राम सिंह ने न्यूज़ 18 दे नाल एक्सक्लूसिव गलबात दे दौरान 2022 ਦੀਆਂ ਚੋਣਾਂ ਨੂੰ ਲੈ ਕੇ ਵੱਡਾ ਸਿਆਸੀ ਇਸ਼ਾਰਾ ਕੀਤਾ। ਰਾਮ ਸਿੰਘ ਨੇ ਦੱਸਿਆ ਸਾਰੀਆਂ ਹੀ ਪਾਰਟੀਆਂ ਦੇ ਵਿੱਚ ਡੇਰੇ ਦੇ ਸ਼ਰਧਾਲੂ ਨੇ ਅਜਿਹੇ ਦੇ ਵਿੱਚ ਆਗੂਆਂ ਦੇ ਕੰਮਕਾਜ ਦੇ ਆਧਾਰ ਤੇ ਲੋਕ ਵੋਟ ਕਰਨਗੇ। ਸੰਗਤ ਦੀ ਰਾਏ ਲਈ ਜਾਊ। ਸੰਗਤ ਕੀ ਚਾਹੁੰਦੀ ਹੈ, ਕਿਸੇ ਨੂੰ ਇੱਕ ਪਾਰਟੀ ਨੂੰ ਸਮਰਥਨ ਦੇਣਾ ਜਾਂ ਨਹੀਂ ਦੇਣਾ, ਜਾਂ ਇੱਕ ਬੰਦੇ ਨੂੰ ਦੇਣਾਗਾ। ਔਰ ਪਾਰਟੀਆਂ ਨੇ ਜਿਹੜੀਆਂ, ਔਰ ਪਾਰਟੀਆਂ ਤਾਂ ਹੁਣ ਉਹ ਅੱਗੇ ਵਾਲੀ ਗੱਲ ਨਹੀਂ ਰਹੀ। ਦੇਖੋ ਹੁਣ ਤਾਂ ਪਾੜੋ ਤੇ ਰਾਜ ਕਰੋ ਹੈ। ਸਿਰਫ ਇੰਨਾ ਹੀ ਨਹੀਂ, ਡੇਰਾ ਸੱਚਾ ਸੌਦਾ ਦੀ ਸਿਆਸੀ ਵਿੰਗ ਦੇ ਮੁਖੀ ਰਾਮ ਸਿੰਘ ਨੇ ਇਹ ਵੀ ਸਾਫ਼ ਕੀਤਾ ਕਿ ਡੇਰਾ ਪ੍ਰੇਮੀਆਂ ਦੇ ਨਾਲ ਜਿਸ ਵੀ ਪਾਰਟੀ ਨੇ ਧੱਕੇਸ਼ਾਹੀ ਕੀਤੀ ਹੈ, ਚੋਣਾਂ ਦੌਰਾਨ ਉਹਨਾਂ ਦਾ ਹਿਸਾਬ ਡੇਰਾ ਪ੍ਰੇਮੀ ਆਪਣੀ ਵੋਟ ਦੇ ਨਾਲ ਕਰਨਗੇ।
ਔਰ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਜਾਂ ਪੋਲੀਟੀਕਲ ਲੋਕ ਨੇ ਕਾਫੀ ਧੱਕਾ ਕਰ ਰਹੇ ਨੇ। ਦੇਖੋ, ਗਲਤ ਕੇਸ ਬਣਾਉਣੇ, ਪ੍ਰੇਮੀਆਂ ਦੇ ਉੱਤੇ ਤਸ਼ੱਦਦ ਢਾਉਣੇ, ਔਰ ਇੱਥੋਂ ਤੱਕ ਕਿ ਮਹਾਰਾਜ ਦਾ ਨਾਂ ਵੀ ਕੇਸਾਂ ਦੇ ਵਿੱਚ ਪਾਤਾ। ਦੇਖੋ, ਕਿਤੇ ਨਾ ਕਿਤੇ ਸੰਗਤ ਇਹ ਸਾਰੀਆਂ ਚੀਜ਼ਾਂ ਨੂੰ ਸੋਚੂਗੀ। 2002 ਅਤੇ 2007 ਦੇ ਵਿੱਚ ਡੇਰਾ ਸੱਚਾ ਸੌਦਾ ਦੇ ਵੱਲੋਂ ਕਾਂਗਰਸ ਨੂੰ ਹਮਾਇਤ ਦਿੱਤੀ ਗਈ ਸੀ, ਜਦਕਿ 2017 ਵਿੱਚ ਬੀਜੇਪੀ ਨੂੰ ਡੇਰੇ ਦੇ ਵੱਲੋਂ ਹਮਾਇਤ ਦਿੱਤੀ ਗਈ ਸੀ। ਪਰ ਡੇਰੇ ਦੀ ਸਿਆਸੀ ਵਿੰਗ ਦੇ ਮੁਖੀ ਰਾਮ ਸਿੰਘ ਦੇ ਇਸ਼ਾਰਿਆਂ ਤੋਂ ਲੱਗ ਰਿਹਾ ਹੈ ਕਿ ਇਸ ਵਾਰ ਉਹ ਕਿਸੇ ਪਾਰਟੀ ਦੀ ਥਾਂ ਉਮੀਦਵਾਰਾਂ ਨੂੰ ਹਮਾਇਤ ਦੇ ਸਕਦੇ ਨੇ। ਬਰਨਾਲਾ ਤੋਂ ਆਸ਼ੀਸ਼ ਸ਼ਰਮਾ, ਨਿਊਜ਼ 18 ਪੰਜਾਬ। ਹੁਣ ਗੱਲ ਕਰਾਂਗੇ ਪਰਮਿੰਦਰ ਢੀਂਡਸਾ ਦੀ। ਜੀ ਹਾਂ, ਨਿਊਜ਼ 18 ਤੇ ਪਰਮਿੰਦਰ ਢੀਂਡਸਾ ਨੇ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਲਹਿਰਾ ਗਾਗਾ ਤੋਂ ਹੀ ਚੋਣ ਲੜਾਂਗਾ। ਉਹਨਾਂ ਨੇ ਕਿਹਾ ਕਿ ਬੀਜੇਪੀ ਕੈਪਟਨ ਨਾਲ ਸੀਟ ਸ਼ੇਅਰਿੰਗ ਤੇ ਜਲਦ ਫੈਸਲਾ ਹੋ ਸਕਦਾ ਹੈ। ਤਾਂ ਅੰਦਾਜ਼ੇ ਕਿ ਉਹਨਾਂ ਨੇ ਕਿਹਾ ਹੈ ਕਿ ਸਾਡਾ ਗਠਜੋੜ ਸਭ ਨੂੰ ਹੈਰਾਨ ਕਰੇਗਾ। ਅਕਾਲੀ ਦਲ 'ਚ ਕਦੇ ਵਾਪਸ ਨਹੀਂ ਜਾਵਾਂਗਾ। ਢੀਂਡਸਾ ਦਾ ਕਹਿਣਾ, ਅੱਗੇ ਕਹਿ ਰਹੇ ਨੇ ਕਿ ਅਕਾਲੀ ਦਲ ਦਾ ਪਿਛਲੀ ਵਾਰ ਤੋਂ ਵੀ ਬੁਰਾ ਹਾਲ ਹੋਵੇਗਾ। ਤਾਂ ਅੰਦਾਜ਼ ਦੀਏ ਕਿ ਜੋ ਆਗਾਮੀ 2022 ਚੋਣਾਂ ਹੈ ਉਹਨਾਂ 'ਚ ਜੋ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਪਾਰਟੀ, ਅਕਾਲੀ ਦਲ ਸੰਯੁਕਤ ਤੇ ਬੀਜੇਪੀ ਨੇ ਗਠਜੋੜ ਕੀਤਾ ਹੈ ਆਗਾਮੀ 2022 ਵਿਧਾਨ ਸਭਾ ਚੋਣਾਂ ਲਈ ਤੇ ਇਕੱਠੇ ਮਿਲ ਕੇ ਚੋਣ ਲੜਨਗੇ 2022 ਦੀ।